ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਭਾਰਤ ਕੈਨੇਡਾ ਵਿਵਾਦ ਦਰਮਿਆਨ ਜਸਟਿਨ ਟਰੂਡੋ ਦਾ ਨਵਾਂ ਬਿਆਨ। ਟਰੂਡੋ ਨੇ ਕਿਹਾ ਕੈਨੇਡਾ ਨੇ ਕਈ ਹਫ਼ਤੇ ਪਹਿਲਾਂ ਹਰਦੀਪ ਨਿੱਜਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਇਲਜ਼ਾਮਾਂ ਦੇ ਸਬੂਤ ਭਾਰਤ ਨਾਲ ਕੀਤੇ ਸਨ ਸਾਂਝੇ। ਕੈਨੇਡਾ ਭਾਰਤ ਵਿਵਾਦ ਤੇ ਵਿਰੋਧੀਆਂ ਨੇ ਘੇਰਿਆ ਟਰੂਡੋ ਨੂੰ। ਪੀਅਰੇ ਪੋਲੀਏਵਰ ਤੋਂ ਬਾਅਦ BC ਦੇ ਪ੍ਰੀਮੀਅਰ ਡੇਵਿਡ ਐਬੇ ਨੇ ਦਿੱਤਾ ਵੱਡਾ ਬਿਆਨ। ਡੇਵਿਡ ਨੇ ਕਿਹਾ ਨਿੱਜਰ ਦੇ ਕਤਲ 'ਚ ਭਾਰਤ ਦੀ ਸ਼ਮੂਲੀਅਤ ਬਾਰੇ ਉਹਨਾਂ ਨੂੰ ਦਿੱਤੀ ਗਈ ਸਾਰੀ ਜਾਣਕਾਰੀ ਓਪਨ ਸੋਰਸ ਜਾਣਕਾਰੀ ਜੋ ਪਹਿਲਾਂ ਹੀ ਇੰਟਰਨੈਟ ਤੇ ਹੈ ਉਪਲਬਧ। ਗੁਰਪਤਵੰਤ ਪੰਨੂ ਦੀ ਵੀਡੀਓ ਤੇ ਖਫਾ ਕੈਨੇਡਾ, ਵੀਡੀਓ ਹੋਈ ਡਿਲੀਟ। NDP ਆਗੂ ਜਗਮੀਤ ਸਿੰਘ ਨੇ ਕੈਨੇਡਾ 'ਚ ਰਹਿੰਦੇ ਹਿੰਦੂਆਂ ਨੂੰ ਕਿਹਾ ਇਹ ਤੁਹਾਡਾ ਘਰ ਹੈ ਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ। ਓਨਟਾਰੀਓ ਦੇ ਲੇਬਰ ਮੰਤਰੀ ਮੌਂਟੀ ਮੈਕਨੌਟਨ ਦੇਣਗੇ ਆਪਣੀ ਸੀਟ ਤੋਂ ਅਸਤੀਫਾ। ਮੈਕਨੌਟਨ ਨੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਲਈ ਸਰਕਾਰੀ ਅਹੁਦੇਦਾਰੀ ਤੋਂ ਪਾਸੇ ਹੋਣ ਦਾ ਕੀਤਾ ਫੈਸਲਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਕਈ ਹਫ਼ਤੇ ਪਹਿਲਾਂ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਇਲਜ਼ਾਮਾਂ ਦੇ ਸਬੂਤ ਭਾਰਤ ਨਾਲ ਸਾਂਝੇ ਕੀਤੇ ਤੇ ਉਹ ਚਾਹੁੰਦਾ ਹੈ ਕਿ ਭਾਰਤ ਕੈਨੇਡਾ ਨਾਲ ਇਸ ਗੰਭੀਰ ਮਾਮਲੇ ਤੇ ਸਹਿਯੋਗ ਕਰੇ। ਬ੍ਰਿਟਿਸ਼ ਕੋਲੰਬੀਆ 'ਚ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਇਸ ਹਫ਼ਤੇ ਦੇ ਸ਼ੁਰੂ 'ਚ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵੱਧ ਗਿਆ। ਭਾਰਤ ਨੇ 2020 'ਚ ਨਿੱਜਰ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਸੀ। ਟਰੂਡੋ ਨੇ ਕੈਨੇਡਾ ਦੇ ਦੌਰੇ ਤੇ ਆਏ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਪ੍ਰੈਸ ਕਾਨਫਰੰਸ 'ਚ ਕਿਹਾ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਉਹਨਾਂ ਦੇਸ਼ਾਂ ਨੂੰ ਭਾਰਤ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਕੈਨੇਡਾ ਨੇ ਇਸ ਬਾਰੇ ਆਪਣੇ ਭਾਈਵਾਲਾਂ ਨਾਲ ਚਰਚਾ ਕੀਤੀ ਹੈ। ਇਸ ਲਈ ਅਸੀਂ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਹਾਂ। Canada has shared the credible allegations that I talked about on Monday with India. We did that many weeks ago, and we are there to work constructively with India, and we hope that they engage with us so that we can get to the bottom of this very serious matter. ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਏਵਰੇ ਵੱਲੋਂ ਟਰੂਡੋ ਦੇ ਸੰਸਦ 'ਚ ਦਿੱਤੇ ਗਏ ਬਿਆਨ ਸੰਬੰਧੀ ਸਬੂਤ ਲੋਕਾਂ ਸਾਹਮਣੇ ਰੱਖਣ ਦੀ ਮੰਗ ਕਰਨ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੇ ਨੇ ਵੱਡਾ ਬਿਆਨ ਦਿੱਤਾ ਹੈ। ਡੇਵਿਡ ਐਬੇ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਇਸ ਗੱਲ ਤੋਂ ਨਿਰਾਸ਼ ਹਨ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਭਾਰਤ ਦੀ ਸ਼ਮੂਲੀਅਤ ਬਾਰੇ ਉਹਨਾਂ ਨੂੰ ਦਿੱਤੀ ਗਈ ਸਾਰੀ ਜਾਣਕਾਰੀ ਓਪਨ ਸੋਰਸ ਜਾਣਕਾਰੀ ਹੈ, ਭਾਵ ਇਹ ਸਾਰੀ ਜਾਣਕਾਰੀ ਪਹਿਲਾਂ ਹੀ ਇੰਟਰਨੈਟ ਤੇ ਉਪਲਬਧ ਹੈ। ਡੇਵਿਡ ਐਬੇ ਨੇ ਇਹ ਬਿਆਨ ਇਸ ਲਈ ਵੀ ਮਾਇਨੇਖੇਜ਼ ਤਰੀਕੇ ਨਾਲ ਰੱਖਿਆ ਕਿਉਂਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ 'ਚ ਹੀ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ। ਡੇਵਿਡ ਐਬੇ ਨੇ ਅੱਗੇ ਕਿਹਾ ਕਿ ਮੈਨੂੰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਤੋਂ ਜੋ ਜਾਣਕਾਰੀ ਮਿਲੀ ਹੈ ਉਸ ਨੂੰ ਓਪਨ ਇਨਫੋਰਮੇਸ਼ਨ ਬਰੀਫਿੰਗ ਜਾਂ ਓਪਨ ਸੋਰਸ ਬਰੀਫਿੰਗ ਕਿਹਾ ਜਾਂਦਾ ਹੈ। ਇਹ ਉਹ ਜਾਣਕਾਰੀ ਹੈ ਜੋ ਪਹਿਲਾਂ ਹੀ ਇੰਟਰਨੈਟ ਤੇ ਉਪਲਬਧ ਹੈ। ਸੰਸਦ ਵਿੱਚ ਬਿਆਨ ਦੇਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਮੈਨੂੰ CSIS ਤੋਂ ਇੱਕ ਬਰੀਫਿੰਗ ਦੀ ਪੇਸ਼ਕਸ਼ ਕੀਤੀ। ਇਸ ਬਰੀਫਿੰਗ ਦੇ ਵਿੱਚ CSIS ਵੱਲੋਂ ਇੱਕ ਬਰੀਫਿੰਗ ਮਿਲੀ ਜੋ ਕਿ ਓਪਨ ਸੋਰਸ ਜਾਣਕਾਰੀ ਸੀ। ਉਹਨਾਂ ਅੱਗੇ ਕਿਹਾ ਕਿ ਮੈਂ CSIS ਦੇ ਡਾਇਰੈਕਟਰ ਤੋਂ ਇਸ ਬਾਰੇ ਹੋਰ ਠੋਸ ਜਾਣਕਾਰੀ ਦੀ ਮੰਗ ਕੀਤੀ ਪਰ ਉਹ ਸਾਨੂੰ ਠੋਸ ਜਾਣਕਾਰੀ ਦੇਣ 'ਚ ਅਸਮਰੱਥ ਹੈ। ਇਸ ਕਾਰਨ ਮੈਂ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ। ਗੌਰਤਲਬ ਹੈ ਕਿ ਕੈਨੇਡੀਅਨ ਸਰਕਾਰ ਨੂੰ ਚੌਤਰਫਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਆਪਣੇ ਹੀ ਦੇਸ਼ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ। Information briefings or open source briefings, which is information that's available to the public doing an internet search, which I find frustrating. And so I can be transparent about that information that I've received. In terms of the specific incident in Surrey, I was contacted by the Prime Minister. He briefed me about what he was going to say in the Parliament, which he then went on and said. He offered to me a briefing from CSIS, which of course I said yes, I would like that. We arranged it. We got a briefing from the director, which was, as I say, open source information, and then that was it. I expressed my frustration in the meeting with the CSIS director about our inability to get more concrete information about this kind of thing, and I have articulated that to the federal government.
I understand there may need to be reform around the act that governs CSIS in order for them to be able to share this information. If that's what's required, let's make it happen. Because the only way that we're going to make traction on this is by the federal government trusting the provincial government with information and being able to act on it in our local communities. ਖਾਲਿਸਤਾਨ ਸਮਰਥਕ ਸਮੂਹ ਵੱਲੋਂ ਦੇਸ਼ ਛੱਡਣ ਲਈ ਕਹਿਣ ਵਾਲੀ ਇੱਕ ਵਾਇਰਲ ਵੀਡੀਓ ਤੋਂ ਬਾਅਦ ਫੈਡਰਲ ਪਬਲਿਕ ਸੇਫਟੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਭਾਰਤ ਦੇ ਹਿੰਦੂ ਸੁਰੱਖਿਅਤ ਹਨ ਤੇ ਕੈਨੇਡਾ 'ਚ ਉਹਨਾਂ ਦਾ ਸਵਾਗਤ ਹੈ। ਕਿਸੇ ਵੀ ਰਾਜਨੇਤਾ ਜਾਂ ਸਰਕਾਰੀ ਅਦਾਰੇ ਨੇ ਵੀਡੀਓ ਦਾ ਨਾਂ ਲੈ ਕੇ ਨਹੀਂ ਦੱਸਿਆ, ਪਰ ਇਹ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਸਿੱਖਸ ਫॉर ਜਸਟਿਸ ਦੁਆਰਾ ਇੱਕ ਵੀਡੀਓ ਜੋ ਕਿ ਅਜੋਕੇ ਭਾਰਤ 'ਚ ਖਾਲਿਸਤਾਨ ਕਹਾਉਣ ਵਾਲੇ ਇੱਕ ਆਜ਼ਾਦ ਸਿੱਖ ਰਾਜ ਦੀ ਵਕਾਲਤ ਕਰ ਰਿਹਾ ਹੈ, ਸੋਸ਼ਲ ਮੀਡੀਆ ਤੇ ਘੁੰਮਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਵੀਡੀਓ ਨੂੰ ਡਿਲੀਟ ਵੀ ਕਰ ਦਿੱਤਾ ਗਿਆ। NDP ਆਗੂ ਜਗਮੀਤ ਸਿੰਘ, ਕੰਜ਼ਰਵੇਟਿਵ ਆਗੂ ਪੀਅਰੇ ਪੋਲੀਏਵਰ ਤੇ ਪਬਲਿਕ ਸੇਫਟੀ ਕੈਨੇਡਾ ਦੁਆਰਾ ਇਸ ਵੀਡੀਓ ਨੂੰ ਅਪਮਾਨਜਨਕ ਤੇ ਨਫ਼ਰਤ ਭਰਿਆ ਕਿਹਾ ਗਿਆ ਹੈ। ਵਿਭਾਗ ਨੇ ਐਕਸ ਤੇ ਇੱਕ ਵੱਖਰੀ ਪੋਸਟ 'ਚ ਕਿਹਾ, ਹਮਲਾਵਰ, ਨਫ਼ਰਤ, ਡਰਾਉਣ ਜਾਂ ਡਰ ਦੇ ਭੜਕਾਉਣ ਦੀਆਂ ਕਾਰਵਾਈਆਂ ਦੀ ਇਸ ਦੇਸ਼ ਵਿੱਚ ਕੋਈ ਥਾਂ ਨਹੀਂ ਹੈ ਤੇ ਸਿਰਫ ਸਾਨੂੰ ਵੰਡਣ ਦਾ ਇਹ ਕੰਮ ਕਰਦੇ ਨੇ। ਐਕਸ ਤੇ ਆਪਣੇ ਖੁਦ ਦੇ ਬਿਆਨ 'ਚ ਪੋਲੀਏਵਰੇ ਨੇ ਪੋਸਟ ਕੀਤਾ ਕਿ ਹਿੰਦੂ ਹਾਲ ਹੀ ਦੇ ਦਿਨਾਂ ਵਿੱਚ ਨਫ਼ਰਤ ਭਰੀਆਂ ਟਿੱਪਣੀਆਂ ਦਾ ਨਿਸ਼ਾਨਾ ਬਣੇ ਹੋਏ ਨੇ। ਹਰ ਕੈਨੇਡੀਅਨ ਬਿਨਾਂ ਡਰ ਦੇ ਰਹਿਣ ਅਤੇ ਆਪਣੇ ਭਾਈਚਾਰੇ 'ਚ ਸਵਾਗਤ ਮਹਿਸੂਸ ਕਰਨ ਦਾ ਹੱਕਦਾਰ ਹੈ। NDP ਆਗੂ ਜਗਮੀਤ ਸਿੰਘ ਨੇ ਕੈਨੇਡਾ 'ਚ ਰਹਿੰਦੇ ਹਿੰਦੂਆਂ ਨੂੰ ਕਿਹਾ ਹੈ ਕਿ ਇਹ ਤੁਹਾਡਾ ਆਪਣਾ ਘਰ ਹੈ ਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ। ਜੇਕਰ ਕੋਈ ਤੁਹਾਨੂੰ ਕੁਝ ਗਲਤ ਕਹਿੰਦਾ ਹੈ ਤਾਂ ਉਹ ਸਾਡੀਆਂ ਕਦਰਾਂ ਕੀਮਤਾਂ ਨੂੰ ਨਹੀਂ ਦਰਸਾਉਂਦਾ। ਓਨਟਾਰੀਓ ਦੇ ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਲਈ ਸਰਕਾਰੀ ਅਹੁਦੇਦਾਰੀ ਤੋਂ ਪਾਸੇ ਹੋਣ ਦਾ ਫੈਸਲਾ ਕੀਤਾ ਹੈ। ਮੈਕਨੌਟਨ ਨੇ ਕਿਹਾ ਹੈ ਕਿ ਉਹ ਆਪਣੀਆਂ ਕੈਬਨਿਟ ਡਿਊਟੀਆਂ ਤੋਂ ਤੁਰੰਤ ਪ੍ਰਭਾਵ ਨਾਲ ਲਾਂਭੇ ਹੋ ਰਹੇ ਨੇ ਤੇ ਆਉਂਦੇ ਕੁਝ ਦਿਨਾਂ ਵਿੱਚ ਆਪਣੀ ਸੀਟ ਤੋਂ ਵੀ ਅਸਤੀਫਾ ਦੇ ਦੇਣਗੇ। ਮੈਕਨੌਟਨ 2011 ਤੋਂ ਲੈਂਪਟਨ ਕੈਂਟ ਮਿਡਲਸੈਕਸ ਰਾਈਡਿੰਗ ਤੋਂ MPP ਹਨ। ਪਿਛਲੇ 4 ਸਾਲ ਤੋਂ ਵੀ ਵੱਧ ਸਮੇਂ ਤੋਂ ਉਹ ਓਨਟਾਰੀਓ ਦੇ ਲੇਬਰ, ਇਮੀਗ੍ਰੇਸ਼ਨ, ਟ੍ਰੇਨਿੰਗ ਤੇ ਸਕਿੱਲਸ ਡਿਵੈਲਪਮੈਂਟ ਮੰਤਰਾਲੇ ਦਾ ਕਾਰਜਭਾਰ ਸੰਭਾਲ ਰਹੇ ਸਨ। ਪ੍ਰੀਮੀਅਰ ਡਗ ਫੋਰਡ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਮੈਕਨੌਟਨ ਦੇ ਯੋਗਦਾਨ ਲਈ ਸ਼ੁਕਰਗੁਜ਼ਾਰ ਹਨ ਅਤੇ ਮੈਕਨੌਟਨ ਉਹਨਾਂ ਦੀ ਸਰਕਾਰ ਦੇ ਅਹਿਮ ਮੈਂਬਰ ਸਨ। ਹਾਲ ਹੀ 'ਚ ਫੋਰਡ ਦੀ ਕੈਬਨਿਟ 'ਚੋਂ ਅਸਤੀਫਾ ਦੇਣ ਵਾਲੇ ਮੈਕਨੌਟਨ ਤੀਸਰੇ ਮੈਂਬਰ ਨੇ। ਇਸ ਤੋਂ ਪਹਿਲਾਂ ਗ੍ਰੀਨ ਬੈਲਟ ਵਿਵਾਦ ਦੇ ਚੱਲਦਿਆਂ ਸਟੀਵ ਕਲਾਰਕ ਤੇ ਕੁਝ ਦਿਨ ਪਹਿਲਾਂ ਕਲੀਦ ਰਸ਼ੀਦ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਸੀ। ਮੈਕਨੌਟਨ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਹਾਲੀਆ ਘਟਨਾਵਾਂ ਕਰਕੇ ਕੁਝ ਲੋਕ ਉਹਨਾਂ ਦੇ ਅਸਤੀਫੇ ਬਾਰੇ ਅਟਕਲਾਂ ਲਗਾਉਣਗੇ, ਪਰ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਅਸਤੀਫੇ ਦਾ ਫੈਸਲਾ ਉਹਨਾਂ ਘਟਨਾਵਾਂ ਤੋਂ ਬਿਲਕੁਲ ਜੁਦਾ ਹੈ। ਮੈਕਨੌਟਨ ਨੇ ਕਿਹਾ, ਮੈਂ ਇਹ ਫੈਸਲਾ ਤਾਂ ਲੈ ਰਿਹਾ ਕਿਉਂਕਿ ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਸਹੀ ਹੈ। NDP ਲੀਡਰ ਮੈਰਿਟ ਸਟਾਈਲਜ਼ ਨੇ ਮੈਕਨੌਟਨ ਦੇ ਅਸਤੀਫੇ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੋਰਡ ਸਰਕਾਰ 'ਚ ਇੱਕ ਤੋਂ ਬਾਅਦ ਇੱਕ ਘੁਟਾਲੇ ਸਾਹਮਣੇ ਆਉਣ ਤੋਂ ਬਾਅਦ ਆਪਸੀ ਪਾੜਾ ਵੱਧ ਗਿਆ ਹੈ। ਮੈਰਿਟ ਨੇ ਕਿਹਾ ਕਿ ਲੋਕਾਂ ਨੂੰ ਇੱਕ ਸਥਿਰ ਸਰਕਾਰ ਦੀ ਜ਼ਰੂਰਤ ਹੈ ਜੋ ਉਹਨਾਂ ਦੀ ਹਾਊਸਿੰਗ ਸੰਕਟ ਵਰਗੇ ਮਸਲਿਆਂ ਦਾ ਨਿਵਾਰਨ ਕਰ ਸਕੇ। ਅੰਤਰਿਮ ਲਿਬਰਲ ਲੀਡਰ ਜੌਨ ਫਰੇਜ਼ਰ ਨੇ ਮੈਕਨੌਟਨ ਨੂੰ ਅਗਲੇ ਸਫ਼ਰ ਲਈ ਸ਼ੁਭ ਇੱਛਾਵਾਂ ਦਿੱਤੀਆਂ ਨੇ। ਉਹਨਾਂ ਕਿਹਾ ਕਿ ਮੈਕਨੌਟਨ ਨਾਲ ਭਾਵੇਂ ਉਹ ਕਈ ਨੁਕਤਿਆਂ ਤੇ ਅਸਹਿਮਤ ਵੀ ਰਹੇ ਹੋਣ, ਪਰ ਉਹ ਉਹਨਾਂ ਲਈ ਹਮੇਸ਼ਾ ਇਤਬਾਰ ਵਾਲੇ ਸ਼ਖਸ ਰਹੇ ਹਨ। ਫਰੇਜ਼ਰ ਨੇ ਕਿਹਾ, ਮੈਂ ਜਾਣਦਾ ਹਾਂ ਕਿ ਉਹ ਕਹਿ ਨਹੀਂ ਰਿਹਾ, ਪਰ ਉਹ ਇਸ ਗੜਬੜੀ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ। ਅਮਰੀਕਾ 'ਚ ਸੰਯੁਕਤ ਰਾਸ਼ਟਰ ਦੀਆਂ ਮੀਟਿੰਗਾਂ ਤੋਂ ਬਾਅਦ ਜ਼ੈਲੈਂਸਕੀ ਨੇ ਕੈਨੇਡੀਅਨ ਪਾਰਲੀਮੈਂਟ ਦੀ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ। ਸੰਯੁਕਤ ਰਾਸ਼ਟਰ ਦੀ ਮਹਾਸਭਾ ਸਾਹਮਣੇ ਜ਼ੈਲੈਂਸਕੀ ਨੇ ਹੋਰ ਹਥਿਆਰਾਂ ਦੀ ਅਪੀਲ ਕੀਤੀ ਸੀ ਤੇ ਰੂਸ ਨੂੰ ਫਟਕਾਰ ਲਗਾਈ ਸੀ। ਜ਼ੈਲੈਂਸਕੀ ਦੇ ਕੈਨੇਡੀਅਨ ਪਾਰਲੀਮੈਂਟ 'ਚ ਸੰਬੋਧਨ ਦੌਰਾਨ ਮੈਂਬਰਾਂ ਨੇ ਉਹਨਾਂ ਦੇ ਭਾਸ਼ਣ ਤੇ ਕਈ ਵਾਰ ਉੱਠ ਕੇ ਤਾੜੀਆਂ ਮਾਰੀਆਂ। ਜ਼ੈਲੈਂਸਕੀ ਨੇ ਕਿਹਾ, ਜਦੋਂ ਅਸੀਂ ਦੁਨੀਆ ਨੂੰ ਸਾਡਾ ਸਮਰਥਨ ਕਰਨ ਲਈ ਆਖਦੇ ਹਾਂ ਤਾਂ ਇਹ ਸਿਰਫ ਇੱਕ ਆਮ ਸੰਘਰਸ਼ ਬਾਰੇ ਨਹੀਂ ਹੈ, ਇਹ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਬਾਰੇ ਹੈ। ਸੱਚਮੁੱਚ ਸਰੀਰਕ ਮੁਕਤੀ ਆਮ ਔਰਤਾਂ ਅਤੇ ਮਰਦ, ਬੱਚੇ, ਸਾਡੇ ਪਰਿਵਾਰ, ਪੂਰੇ ਸਮਾਜ, ਪੂਰੇ ਸ਼ਹਿਰ ਬਾਰੇ। ਮੈਰੀਓਪੋਲ ਜਾਂ ਬਖਮੂਤ ਜਾਂ ਕਿਸੇ ਹੋਰ ਸ਼ਹਿਰ ਦੀ ਤਬਾਹੀ ਲਈ ਰੂਸ ਸਜ਼ਾ ਤੋਂ ਮੁਕਤ ਨਹੀਂ ਹੋਣਾ ਚਾਹੀਦਾ। ਮਾਸਕੋ ਹੁਣ ਹਮੇਸ਼ਾ ਦੀ ਤਰ੍ਹਾਂ ਯੂਕਰੇਨ ਨੂੰ ਕੰਟਰੋਲ ਕਰਨ ਲਈ ਤੁਲਿਆ ਹੋਇਆ ਹੈ ਤੇ ਅਜਿਹਾ ਕਰਨ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਨਸਲਕੁਸ਼ੀ ਵੀ ਸ਼ਾਮਲ ਹੈ।
ਨਸਲਕੁਸ਼ੀ ਨਹੀਂ, ਇਸ ਯੁੱਧ ਵਿੱਚ ਯੂਕਰੇਨ ਜੇਤੂ ਹੋਵੇਗਾ। ਲੋਕ ਜੇਤੂ ਹੋਣਗੇ, ਕ੍ਰੈਮਲਿਨ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ 50 ਬਖਤਰਬੰਦ ਵਾਹਨਾਂ ਲਈ ਯੂਕਰੇਨ ਨੂੰ 3 ਸਾਲਾਂ ਦੌਰਾਨ $650 ਮਿਲੀਅਨ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ। ਇਸ ਫਲੀਟ 'ਚ ਓਨਟਾਰੀਓ ਦੇ ਲੰਡਨ 'ਚ ਬਣਾਏ ਜਾਣ ਵਾਲੇ ਮੈਡੀਕਲ ਨਿਕਾਸੀ ਵਾਹਨ ਵੀ ਸ਼ਾਮਲ ਹੋਣਗੇ। ਇਸ ਹਫ਼ਤੇ ਸੰਯੁਕਤ ਰਾਸ਼ਟਰ ਦੀ ਮੀਟਿੰਗ 'ਚ ਜਸਟਿਨ ਟਰੂਡੋ ਨੇ 2023 'ਚ ਤੇਲ ਤੇ ਗੈਸ ਇੰਡਸਟਰੀ 'ਚ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਉੱਤੇ ਰੋਕ ਲਾਉਣ ਦਾ ਵਾਅਦਾ ਕੀਤਾ। ਉਹਨਾਂ ਆਖਿਆ ਕਿ ਕੈਨੇਡਾ ਕਲਾਈਮੇਟ ਚੇਂਜ ਨਾਲ ਪੂਰੀ ਤਰ੍ਹਾਂ ਨਾਲ ਨਜਿੱਠੇਗਾ। ਉਹਨਾਂ ਇਹ ਵੀ ਆਖਿਆ ਕਿ ਸਰਕਾਰ ਹਰੇਕ ਪੱਧਰ ਉੱਤੇ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਰੋਕਣ ਦਾ ਉਪਰਾਲਾ ਕਰੇਗੀ। ਬੁੱਧਵਾਰ ਨੂੰ ਟਰੂਡੋ ਨੇ ਆਖਿਆ ਕਿ ਇਸ ਸਾਲ ਦੇ ਅੰਤ ਤੱਕ ਅਸੀਂ ਤੇਲ ਤੇ ਗੈਸ ਸੈਕਟਰ ਦੇ ਰਿਸਾਅ ਉੱਤੇ ਕੈਂਪ ਲਾਉਣ ਲਈ ਫਰੇਮਵਰਕ ਤਿਆਰ ਕਰਕੇ ਉਸ ਦਾ ਐਲਾਨ ਕਰ ਦੇਵਾਂਗੇ। ਇਸ ਕੈਂਪ ਦਾ 2 ਸਾਲ ਪਹਿਲਾਂ ਐਲਾਨ ਕੀਤਾ ਗਿਆ ਸੀ। ਐਨਵਾਇਰਨਮੈਂਟ ਮੰਤਰੀ ਸਟੀਵਨ ਗਿਲਬਰਟ ਨੇ ਆਖਿਆ ਕਿ ਇੱਕ ਵਾਰੀ ਇਸ ਸੰਬੰਧੀ ਨਿਯਮ ਤਿਆਰ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਲਈ 12 ਤੋਂ 14 ਮਹੀਨਿਆਂ ਦਾ ਸਮਾਂ ਲੱਗੇਗਾ। ਟਰੂਡੋ ਨੇ 2030 ਤੱਕ ਤੇਲ ਤੇ ਗੈਸ ਸੈਕਟਰ ਤੋਂ ਮੀਥੇਨ ਦੇ ਰਿਸਾਅ ਨੂੰ ਘਟਾਉਣ ਲਈ ਆਪਣੇ ਟੀਚੇ 2012 ਦੇ ਪੱਧਰ ਤੋਂ 75% ਘੱਟ ਕਰਨ ਦਾ ਕਰਾਰ ਵੀ ਕੀਤਾ। ਇਸ ਤੋਂ ਇਲਾਵਾ ਉਹਨਾਂ ਗਰੀਬੀ ਘਟਾਉਣ ਤੇ ਗਰੋਥ ਟਰਸਟ ਲਈ $700 ਮਿਲੀਅਨ ਦੇ ਨੇੜੇ ਤੇੜੇ ਰਕਮ ਰਾਖਵੀਂ ਰੱਖੀ। ਇਹ ਰਕਮ ਵਿਕਾਸਸ਼ੀਲ ਦੇਸ਼ਾਂ ਨੂੰ ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਦਿੱਤੀ ਜਾਂਦੀ ਹੈ। ਸ਼ੁੱਕਰਵਾਰ ਸਵੇਰੇ ਵੈਨਕੂਵਰ ਤੋਂ ਲਗਭਗ 30 ਕਿਲੋਮੀਟਰ ਪੂਰਬ 'ਚ ਕੋਕਿਟਲਮ ਵਿੱਚ ਸਰਚ ਵਾਰੰਟ ਲਾਗੂ ਕਰਦੇ ਹੋਏ RCMP ਦੇ ਰਿਕ ਓਬਰਾਇਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ 2 ਅਧਿਕਾਰੀ ਜ਼ਖਮੀ ਹੋ ਗਏ। ਓਬਰਾਇਨ ਰਿਜ ਮਿਡੋਜ਼ ਡਿਟੈਚਮੈਂਟ ਤੋਂ ਇੱਕ ਕਾਂਸਟੇਬਲ ਸੀ ਤੇ ਉਸਨੇ ਹਾਲ ਹੀ 'ਚ 7 ਸਾਲਾਂ ਦੀ ਸੇਵਾ ਦਾ ਜਸ਼ਨ ਮਨਾਇਆ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਬੱਚੇ ਛੱਡ ਗਿਆ ਹੈ। BC ਦੇ ਕਮਾਂਡਿੰਗ ਅਫਸਰ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ ਨੇ ਕਿਹਾ, ਇਹ ਬਹੁਤ ਔਖਾ ਤੇ ਦੁਖਦਾਈ ਦਿਨ ਹੈ। ਮੈਕਡੋਨਲਡ ਨੇ ਕਿਹਾ ਕਿ ਓਬਰਾਇਨ ਨੇ ਪਹਿਲੇ ਜਵਾਬ ਦੇਣ ਵਾਲਿਆਂ ਤੋਂ ਇਲਾਜ ਪ੍ਰਾਪਤ ਕਰਨ ਤੋਂ ਬਾਅਦ ਮੌਕੇ ਤੇ ਹੀ ਆਪਣੀਆਂ ਸੱਟਾਂ ਕਾਰਨ ਦਮ ਤੋੜ ਦਿੱਤਾ। ਇੰਡੀਪੈਂਡੈਂਟ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਅਧਿਕਾਰੀ ਦੀ ਮੌਤ ਅਤੇ 2 ਹੋਰ ਅਧਿਕਾਰੀਆਂ ਦੇ ਜ਼ਖਮੀ ਹੋਣ ਦੀ ਜਾਂਚ ਕਰ ਰਹੀ ਹੈ। IIO ਨੇ ਕਿਹਾ ਹੈ ਕਿ ਰਿਜ ਮਿਡੋਜ਼ RCMP ਵੈਨਕੂਵਰ ਦੇ ਉਪਨਗਰ 'ਚ ਪਿਨੇਟਰੀ ਵੇ ਅਤੇ ਗਲੇਨ ਡਰਾਈਵ ਦੇ ਨੇੜੇ ਇੱਕ ਘਰ 'ਚ ਖੋਜ ਵਾਰੰਟ ਨੂੰ ਲਾਗੂ ਕਰ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। ਰਿਲੀਜ਼ 'ਚ ਕਿਹਾ ਗਿਆ ਹੈ ਕਿ ਉੱਥੇ ਹਾਜ਼ਰ ਅਧਿਕਾਰੀ ਇੱਕ ਆਦਮੀ ਨਾਲ ਬਹਿਸ 'ਚ ਰੁੱਝ ਗਏ, ਜਿਸ ਦੇ ਨਤੀਜੇ ਵਜੋਂ ਕਈ ਅਧਿਕਾਰੀ ਜ਼ਖਮੀ ਹੋ ਗਏ ਤੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਓਬਰਾਇਨ ਦਾ ਜਨਮ ਓਟਾਵਾ 'ਚ ਹੋਇਆ ਸੀ ਤੇ ਉਹ 2016 'ਚ RCMP 'ਚ ਸ਼ਾਮਲ ਹੋਇਆ ਸੀ। ਉਸ ਦੀ ਸਾਰੀ ਸੇਵਾ ਰਿਜ ਮਿਡੋਜ਼ ਨਾਲ ਸੀ, ਜਿੱਥੇ ਉਸਨੇ ਟੁਕੜੀ 'ਚ ਸ਼ਾਮਲ ਹੋਣ ਤੋਂ ਉਪਰੰਤ ਬਹਾਦਰੀ ਲਈ ਇੱਕ ਪੁਰਸਕਾਰ ਵੀ ਪ੍ਰਾਪਤ ਕੀਤਾ ਸੀ। ਸਕਾਰਬਰੋ ਦੇ ਡੋਰਸੈਟ ਪਾਰਕ ਖੇਤਰ 'ਚ ਇੱਕ ਬਾਰ 'ਚ ਵੀਰਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ 2 ਲੋਕ ਜ਼ਖਮੀ ਹੋ ਗਏ। ਟੋਰਾਂਟੋ ਪੁਲਿਸ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ੁੱਕਰਵਾਰ ਰਾਤੀ ਕਰੀਬ 1:30 ਤੇ ਬਰਚਮਾਊਂਟ ਅਤੇ ਐਲਸਮੇਰ ਰੋਡ ਖੇਤਰ 'ਚ ਬੁਲਾਇਆ ਗਿਆ। ਪੈਰਾਮੈਡਿਕਸ ਨੇ ਕਿਹਾ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ 2 ਵਿਅਕਤੀ ਗੋਲੀਬਾਰੀ ਕਾਰਨ ਗੰਭੀਰ ਰੂਪ 'ਚ ਜ਼ਖਮੀ ਮਿਲੇ। ਇਸ ਮਗਰੋਂ ਦੋਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਾਨਲੇਵਾ ਸੱਟਾਂ ਦੇ ਚੱਲਦਿਆਂ ਹਸਪਤਾਲ 'ਚ ਦਾਖਲ ਕਰਾਇਆ ਗਿਆ। ਟੋਰਾਂਟੋ ਪੁਲਿਸ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਇਹ ਗੋਲੀਬਾਰੀ ਝਗੜੇ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ 'ਚ 2 ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੌਰਾਨ ਕੁਝ ਵਾਹਨ ਵੀ ਨੁਕਸਾਨੇ ਗਏ ਨੇ, ਪਰ ਇਸ ਦੌਰਾਨ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ ਤੇ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਦਾ ਇਹ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਾਕੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਸਥਾਨਕ ਮੀਡੀਆ ਨੇ ਦੱਸਿਆ ਹੈ ਕਿ ਇਹ ਸਪਸ਼ਟ ਹੈ ਕਿ ATACMS ਵਜੋਂ ਜਾਣੀ ਜਾਂਦੀ ਆਰਮੀ ਟੈਕਨੀਕਲ ਮਿਜ਼ਾਈਲ ਪ੍ਰਣਾਲੀ ਕਦੋਂ ਪ੍ਰਦਾਨ ਕੀਤੀ ਜਾਵੇਗੀ ਤੇ ਨਾ ਹੀ ਇਹ ਨਿਸ਼ਚਿਤ ਹੈ ਕਿ ਰਸਮੀ ਘੋਸ਼ਣਾ ਕਦੋਂ ਕੀਤੀ ਜਾਵੇਗੀ। ਰਿਪੋਰਟ 'ਚ 3 ਅਮਰੀਕੀ ਅਧਿਕਾਰੀਆਂ ਤੇ ਵਿਚਾਰ ਵਟਾਂਦਰੇ ਤੋਂ ਜਾਣੂ ਇੱਕ ਕਾਂਗਰਸ ਦੇ ਅਧਿਕਾਰੀ ਦਾ ਹਵਾਲਾ ਦਿੱਤਾ ਗਿਆ ਹੈ। ਉਹਨਾਂ ਨੂੰ ਜਨਤਕ ਤੌਰ ਤੇ ਜਾਣਕਾਰੀ ਦਾ ਖੁਲਾਸਾ ਕਰਨ ਦਾ ਅਧਿਕਾਰ ਨਹੀਂ ਸੀ। ਯੂਕਰੇਨ ਨੇ ਲੰਬੇ ਸਮੇਂ ਤੋਂ ਰੂਸ ਨਾਲ ਚੱਲ ਰਹੇ ਸੰਘਰਸ਼ 'ਚ ਆਪਣੀ ਲੜਾਕੂ ਤਾਕਤਾਂ ਨੂੰ ਹੁਲਾਰਾ ਦੇਣ ਲਈ ਅਮਰੀਕਾ ਤੋਂ ATACMS ਦੀ ਮੰਗ ਕੀਤੀ ਸੀ। ਬਾਈਡਨ ਪ੍ਰਸ਼ਾਸਨ ਨੂੰ ਡਰ ਸੀ ਕਿ ਯੂਕਰੇਨੀ ਫੌਜੀ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਦੇ ਹੋਏ ਰੂਸ ਦੇ ਅੰਦਰ ਟੀਚਿਆਂ ਤੇ ਹਮਲਾ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਵੀਰਵਾਰ ਨੂੰ ਵਾਈਟ ਹਾਊਸ 'ਚ ਬਾਈਡਨ ਨਾਲ ਮੁਲਾਕਾਤ ਲਈ ਵਾਸ਼ਿੰਗਟਨ 'ਚ ਸਨ। ਬਾਈਡਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੇ US ਅਬਰਾਮ ਟੈਂਕ
ਅਗਲੇ ਹਫ਼ਤੇ ਯੂਕਰੇਨ ਪਹੁੰਚਣਗੇ। ਦਰਅਸਲ ਹੇਲੀ ਦਾ ਇਹ ਬਿਆਨ ਉਸ ਦੇ ਇੰਡੋ ਅਮਰੀਕਨ ਰਿਪਬਲਿਕਨ ਵਿਰੋਧੀ ਵਿਵੇਕ ਰਾਮਾਸਵਾਮੀ ਵੱਲੋਂ ਹਾਲ ਹੀ 'ਚ ਓਹੀਓ 'ਚ ਚੀਨ ਬਾਰੇ ਵਿਦੇਸ਼ ਨੀਤੀ ਉੱਤੇ ਦਿੱਤੇ ਭਾਸ਼ਣ ਦੇ 2 ਦਿਨ ਬਾਅਦ ਆਇਆ ਹੈ। ਇਹ ਜਾਣਿਆ ਜਾਂਦਾ ਹੈ ਕਿ ਹੇਲੀ ਅਤੇ ਰਾਮਾਸਵਾਮੀ ਦੋਵੇਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਪ੍ਰਸਿੱਧ GOP ਉਮੀਦਵਾਰ ਵਜੋਂ ਉੱਭਰ ਰਹੇ ਨੇ। ਹੇਲੀ ਨੇ ਕਿਹਾ, ਸਾਡੇ ਕੌਮੀ ਬਚਾਅ ਲਈ ਤਾਕਤ ਅਤੇ ਮਾਣ ਜ਼ਰੂਰੀ ਹੈ, ਖਾਸ ਕਰਕੇ ਕਮਿਊਨਿਸਟ ਚੀਨ ਦੇ ਚਿਹਰੇ 'ਚ। ਚੀਨ ਸਾਡੇ ਲਈ ਇੱਕ ਹੋਂਦ ਦਾ ਖਤਰਾ ਹੈ, ਇਸ ਨੇ ਸਾਨੂੰ ਹਰਾਉਣ ਦੀ ਸਾਜ਼ਿਸ਼ 'ਚ ਅੱਧੀ ਸਦੀ ਬਿਤਾਈ ਹੈ। ਉਹਨਾਂ ਦੋਸ਼ ਲਾਇਆ ਕਿ ਚੀਨ ਨੇ ਅਮਰੀਕਾ ਦੀਆਂ ਮੈਨੂਫੈਕਚਰਿੰਗ ਨੌਕਰੀਆਂ ਖੋਹ ਲਈਆਂ ਨੇ। ਉਹਨਾਂ ਇਹ ਵੀ ਕਿਹਾ ਕਿ ਇਸ ਨੇ ਸਾਡੇ ਵਪਾਰਕ ਭੇਦ ਖੋਹ ਲਏ ਨੇ। ਇਹ ਹੁਣ ਦਵਾਈਆਂ ਤੋਂ ਲੈ ਕੇ ਉੱਨਤ ਤਕਨਾਲੋਜੀ ਤੱਕ ਮਹੱਤਵਪੂਰਨ ਉਦਯੋਗਾਂ ਨੂੰ ਨਿਯੰਤਰਿਤ ਕਰਦਾ ਹੈ। ਚੀਨ ਆਰਥਿਕ ਤੌਰ ਤੇ ਪਛੜੇ ਦੇਸ਼ ਤੋਂ ਧਰਤੀ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ 'ਚ ਬਦਲ ਗਿਆ ਹੈ। ਦੱਖਣੀ ਕੈਰੋਲੀਨਾ ਦੀ 2 ਵਾਰ ਸਾਬਕਾ ਗਵਰਨਰ ਰਹਿ ਚੁੱਕੀ ਹੇਲੀ ਨੇ ਕਿਹਾ, ਇਹ ਪਹਿਲਾ ਹੋਣ ਦਾ ਇਰਾਦਾ ਹੈ ਅਤੇ ਕਮਿਊਨਿਸਟ ਪਾਰਟੀ ਦੇ ਇਰਾਦੇ ਸਪਸ਼ਟ ਹਨ। ਉਹ ਇੱਕ ਵਿਸ਼ਾਲ ਅਤ ਆਧੁਨਿਕ ਫੌਜ ਬਣਾ ਰਹੇ ਨੇ ਜੋ ਸੰਯੁਕਤ ਰਾਸ਼ਟਰ ਨੂੰ ਖਤਰਾ ਪੈਦਾ ਕਰ ਸਕਦੀ ਹੈ। ਰਾਜਾਂ ਅਤੇ ਏਸ਼ੀਆ ਤੇ ਉਸ ਤੋਂ ਬਾਹਰ ਫੈਲੇ ਹੋਏ ਹਾਵੀ ਹੋਣ ਦੇ ਯੋਗ ਹੋਣਗੇ। ਹੇਲੀ ਨੇ ਦਾਅਵਾ ਕੀਤਾ ਕਿ ਕੁਝ ਮਾਮਲਿਆਂ 'ਚ ਚੀਨ ਦੀ ਫੌਜ ਪਹਿਲਾਂ ਹੀ ਅਮਰੀਕੀ ਹਥਿਆਰਬੰਦ ਬਲਾਂ ਦੇ ਬਰਾਬਰ ਹੈ। ਹੈਰਿਸ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਲੋਕ ਸੁਰੱਖਿਅਤ ਨਹੀਂ ਹਨ ਤਾਂ ਸੱਚੀ ਆਜ਼ਾਦੀ ਸੰਭਵ ਨਹੀਂ ਹੈ। ਸਾਡੇ ਕੋਲ ਨਾ ਤਾਂ ਇੱਕ ਪਲ ਹੈ ਤੇ ਨਾ ਹੀ ਇੱਕ ਜੀਵਨ। ਉਸਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ 'ਚ ਕਿਹਾ, ਜਦੋਂ ਕਿ ਸੰਯੁਕਤ ਰਾਜ ਬੰਦੂਕ ਦੀ ਹਿੰਸਾ ਨਾਲ ਘਿਰਿਆ ਹੋਇਆ ਹੈ। ਇਸ ਦੌਰਾਨ ਹੈਰਿਸ ਨੇ ਨਵੇਂ ਦਫ਼ਤਰ ਦੀ ਘੋਸ਼ਣਾ ਕਰਦੇ ਹੋਏ ਇੱਕ ਬਿਆਨ 'ਚ ਕਿਹਾ, ਅਸੀਂ ਜਾਣਦੇ ਹਾਂ ਕਿ ਜੇਕਰ ਲੋਕ ਸੁਰੱਖਿਅਤ ਨਹੀਂ ਤਾਂ ਸੱਚੀ ਆਜ਼ਾਦੀ ਸੰਭਵ ਨਹੀਂ। ਸਾਡੀ ਜ਼ਿੰਦਗੀ ਬਰਬਾਦ ਕਰਨ ਲਈ ਤਿਆਰ ਨਹੀਂ ਹੈ। ਸੰਯੁਕਤ ਰਾਜ ਬੰਦੂਕ ਦੀ ਹਿੰਸਾ ਨਾਲ ਟੁੱਟ ਗਿਆ ਹੈ। ਉਸਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ 'ਚ ਬੋਲਦਿਆਂ ਕਿਹਾ, ਹਰ ਜਨਤਕ ਗੋਲੀਬਾਰੀ ਹਿੰਸਾ ਤੋਂ ਬਾਅਦ ਇਹੀ ਸੰਦੇਸ਼ ਪੂਰੇ ਦੇਸ਼ 'ਚ ਸੁਣਿਆ ਜਾਂਦਾ ਹੈ। ਅਮਰੀਕੀ ਆਪਣੇ ਨੇਤਾਵਾਂ ਨੂੰ ਕੁਝ ਕਰਨ ਲਈ ਬੇਨਤੀ ਕਰ ਰਹੇ ਨੇ। ਨਵੇਂ ਦਬਾਅ ਦੇ ਬਾਵਜੂਦ ਵਾਈਟ ਹਾਊਸ ਕੋਲ ਸੰਯੁਕਤ ਰਾਜ 'ਚ ਬੰਦੂਕਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਕੋਈ ਸ਼ਕਤੀ ਨਹੀਂ ਹੈ ਜਿਸ ਨਾਲ ਹਥਿਆਰਾਂ ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਕਾਂਗਰਸ ਨੂੰ ਉਹਨਾਂ ਖੇਤਰਾਂ 'ਚ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਜਿੱਥੇ ਕੱਟੜ ਵਿਰੋਧੀ ਰਿਪਬਲਿਕਨ ਪ੍ਰਤੀਨਿਧੀ ਸਭਾ ਨੂੰ ਨਿਯੰਤਰਿਤ ਕਰਦੇ ਨੇ। ਬਾਈਡਨ ਨੇ ਵਿਧਾਨਕ ਜ਼ਰੂਰਤਾਂ ਦੇ ਆਲੇ ਦੁਆਲੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਰੈਗੂਲੇਟਰੀ ਤੇ ਪ੍ਰਸ਼ਾਸਨਿਕ ਪਾਬੰਦੀਆਂ ਲਗਾਈਆਂ ਨੇ, ਪਰ ਉਹ ਦਾਇਰੇ ਦੇ ਵਿੱਚ ਸੀਮਤ ਨੇ। ਇੱਕ ਗੈਰ ਸਰਕਾਰੀ ਸੰਗਠਨ ਗਨ ਵਾਇਲੈਂਸ ਆਰਕਾਈਵ ਦੇ ਅਨੁਸਾਰ ਪਿਛਲੇ ਸਾਲ ਪੂਰੇ ਅਮਰੀਕਾ ਦੇ ਵਿੱਚ ਗੋਲੀਬਾਰੀ 'ਚ 44,374 ਲੋਕ ਮਾਰੇ ਗਏ ਸਨ। ਪੁਰਾਲੇਖ ਦੇ ਅਨੁਸਾਰ ਇਸ ਸਾਲ ਬੰਦੂਕ ਨਾਲ ਹੋਣ ਵਾਲੀਆਂ ਮੌਤਾਂ 'ਚ ਥੋੜੀ ਕਮੀ ਆਈ ਹੈ, ਪਰ ਅਜੇ ਵੀ ਪਹਿਲੇ 8 ਮਹੀਨਿਆਂ 'ਚ 28,793 ਲੋਕ ਮਾਰੇ ਗਏ। ਕਮਲਾ ਹੈਰਿਸ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ ਹੈ। ਨਾਲ ਹੀ ਇਹ ਅਹੁਦਾ ਸੰਭਾਲਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਵਿਅਕਤੀ ਹੈ। ਹਾਲ ਹੀ ਵਿੱਚ ਉਹ ਅਖੌਤੀ ਫਾਈਟ ਫਾਰ ਆਵਰ ਫਰੀडम्स ਕਾਲਜ ਟੂਰ ਤੇ ਵੀ ਗਈ, ਜਿਸ ਵਿੱਚ ਉਸ ਨੇ ਕਈ ਅਮਰੀਕੀ ਯੂਨੀਵਰਸਿਟੀਜ਼ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਉਪ ਰਾਸ਼ਟਰਪਤੀ ਨੂੰ ਪਹਿਲਾਂ ਹੀ ਇਮੀਗ੍ਰੇਸ਼ਨ ਵਰਗੇ ਹੋਰ ਸਿਆਸੀ ਤੌਰ ਤੇ ਸੰਵੇਦਨਸ਼ੀਲ ਮੁੱਦਿਆਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੌਂਪੀ ਜਾ ਚੁੱਕੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਭਾਰਤ ਕੈਨੇਡਾ ਵਿਵਾਦ ਦਰਮਿਆਨ ਜਸਟਿਨ ਟਰੂਡੋ ਦਾ ਨਵਾਂ ਬਿਆਨ। ਟਰੂਡੋ ਨੇ ਕਿਹਾ, ਕੈਨੇਡਾ ਨੇ ਕਈ ਹਫ਼ਤੇ ਪਹਿਲਾਂ ਹਰਦੀਪ ਨਿੱਜਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਇਲਜ਼ਾਮਾਂ ਦੇ ਸਬੂਤ ਭਾਰਤ ਨਾਲ ਕੀਤੇ ਸਨ ਸਾਂਝੇ। ਕੈਨੇਡਾ ਭਾਰਤ ਵਿਵਾਦ ਤੇ ਵਿਰੋਧੀਆਂ ਨੇ ਘੇਰਿਆ ਟਰੂਡੋ ਨੂੰ। ਪੀਅਰੇ ਪੋਲੀਏਵਰ ਤੋਂ ਬਾਅਦ BC ਦੇ ਪ੍ਰੀਮੀਅਰ ਡੇਵਿਡ ਐਬੇ ਨੇ ਦਿੱਤਾ ਵੱਡਾ ਬਿਆਨ। ਡੇਵਿਡ ਨੇ ਕਿਹਾ, ਨਿੱਜਰ ਦੇ ਕਤਲ 'ਚ ਭਾਰਤ ਦੀ ਸ਼ਮੂਲੀਅਤ ਬਾਰੇ ਉਹਨਾਂ ਨੂੰ ਦਿੱਤੀ ਗਈ ਸਾਰੀ ਜਾਣਕਾਰੀ ਓਪਨ ਸੋਰਸ ਜਾਣਕਾਰੀ ਜੋ ਪਹਿਲਾਂ ਹੀ ਇੰਟਰਨੈਟ ਤੇ ਹੈ ਉਪਲਬਧ। ਗੁਰਪਤਵੰਤ ਪੰਨੂ ਦੀ ਵੀਡੀਓ ਤੇ ਖਫਾ ਕੈਨੇਡਾ, ਵੀਡੀਓ ਹੋਈ ਡਿਲੀਟ। NDP ਆਗੂ ਜਗਮੀਤ ਸਿੰਘ ਨੇ ਕੈਨੇਡਾ 'ਚ ਰਹਿੰਦੇ ਹਿੰਦੂਆਂ ਨੂੰ ਕਿਹਾ, ਇਹ ਤੁਹਾਡਾ ਘਰ ਹੈ ਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ। ਓਨਟਾਰੀਓ ਦੇ ਲੇਬਰ ਮੰਤਰੀ ਮੌਂਟੀ ਮੈਕਨੌਟਨ ਦੇਣਗੇ ਆਪਣੀ ਸੀਟ ਤੋਂ ਅਸਤੀਫਾ। ਮੈਕਨੌਟਨ ਨੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਲਈ ਸਰਕਾਰੀ ਅਹੁਦੇਦਾਰੀ ਤੋਂ ਪਾਸੇ ਹੋਣ ਦਾ ਕੀਤਾ ਫੈਸਲਾ।